हाँ जी बेटा, ਆਪਾਂ ਕੈਲਕੂਲਸ ਬੁੱਕ ਸਟਾਰਟ ਕਰ ਰਹੇ ਹਾਂ। ਉਹਦੇ ਵਿੱਚ ਥਰਡ ਚੈਪਟਰ ਹੈ ਸਕਸੈਸਿਵ ਡਿਫਰੈਂਸ਼ੀਏਸ਼ਨ। ਤਾਂ ਡੈਰੀਵੇਟਿਵ ਤੁਸੀਂ ਬੇਟਾ +2 ਵਿੱਚ ਵੀ ਪੜ੍ਹਿਆ ਹੋਇਆ ਹੈ, ਬਟ ਉਹ ਆਪਾਂ ਸਿਰਫ ਫਸਟ ਆਰਡਰ ਡੈਰੀਵੇਟਿਵ ਕੱਢਦੇ ਸੀ। ਹੁਣ ਇਹਦੇ ਵਿੱਚ ਆਪਾਂ ਕੀ ਹੈ, ਸਕਸੈਸਿਵ ਡਿਫਰੈਂਸ, ਸੈਕੰਡ ਆਰਡਰ ਡੈਰੀਵੇਟਿਵ, ਥਰਡ ਆਰਡਰ ਡੈਰੀਵੇਟਿਵ ਐਂਡ ਅਪ ਟੂ nth ਆਰਡਰ ਡੈਰੀਵੇਟਿਵ ਬਾਰੇ ਪੜ੍ਹਾਂਗੇ ਬੇਟਾ, ਠੀਕ ਹੈ। ਤਾਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਡੈਰੀਵੇਟਿਵ ਬਾਰੇ ਗੱਲ ਕਰਦੇ ਹਾਂ ਬੇਟਾ। ਸਭ ਤੋਂ ਪਹਿਲਾਂ ਵੇਰੀਏਬਲਸ ਬੇਟਾ ਦੋ ਤਰ੍ਹਾਂ ਦੇ ਹੁੰਦੇ ਆ। ਫਸਟ ਆਫ ਆਲ ਵੇਰੀਏਬਲਸ ਕੀ ਹੁੰਦੇ ਬੇਟਾ, ਉਹ ਕੁਆਂਟੀਟੀਜ਼ ਹੁੰਦੀਆਂ ਜਿਨ੍ਹਾਂ ਦੀ ਵੈਲਿਊ ਫਿਕਸ ਨਹੀਂ ਹੁੰਦੀ ਹੈ, ਠੀਕ ਹੈ। ਉਹਨਾਂ ਨੂੰ ਆਪਾਂ ਵੇਰੀਏਬਲਸ ਕਹਿੰਦੇ ਹਾਂ। ਵੇਰੀਏਬਲਸ ਨੂੰ ਜਨਰਲੀ ਆਪਾਂ XYZ ਨਾਲ ਡਿਨੋਟ ਕਰਦੇ ਹਾਂ। ਤਾਂ ਵੇਰੀਏਬਲਸ ਦੋ ਤਰ੍ਹਾਂ ਦੇ ਹੁੰਦੇ ਆ ਬੇਟਾ। ਇੱਕ ਹੁੰਦਾ ਹੈ ਡਿਪੈਂਡੈਂਟ ਵੇਰੀਏਬਲ ਤੇ ਇੱਕ ਹੁੰਦਾ ਹੈ ਇੰਡੀਪੈਂਡੈਂਟ ਵੇਰੀਏਬਲ। ਹੁਣ ਜਿਹੜਾ ਡਿਪੈਂਡੈਂਟ ਵੇਰੀਏਬਲ ਕਿਹੜੇ ਵੇਰੀਏਬਲ ਹੁੰਦੇ ਆ, ਉਹ ਵੇਰੀਏਬਲ ਜਿਨ੍ਹਾਂ ਦੀ ਵੈਲਿਊ ਦੂਸਰੇ ਵੇਰੀਏਬਲ 'ਤੇ ਕੀ ਕਰਦੀ ਹੈ, ਡਿਪੈਂਡ ਕਰਦੀ ਹੈ, ਉਹਨਾਂ ਨੂੰ ਡਿਪੈਂਡੈਂਟ ਵੇਰੀਏਬਲ ਕਹਿੰਦੇ। ਤੇ ਇੰਡੀਪੈਂਡੈਂਟ ਵੇਰੀਏਬਲ ਉਹ ਵੇਰੀਏਬਲ ਹੋ ਗਏ ਜਿਨ੍ਹਾਂ ਦੀ ਵੈਲਿਊ ਦੂਸਰੇ ਵੇਰੀਏਬਲ 'ਤੇ ਡਿਪੈਂਡ ਨਹੀਂ ਕਰਦੀ ਹੈ। ਫੋਰ ਐਗਜ਼ਾਮਪਲ ਜਿਵੇਂ ਆਪਾਂ ਲੈਂਦੇ ਹਾਂ y ਇਜ਼ ਅ ਫੰਕਸ਼ਨ ਆਫ x, ਤਾਂ ਇੱਥੇ x ਕੀ ਹੈ ਬੇਟਾ, ਇੰਡੀਪੈਂਡੈਂਟ ਵੇਰੀਏਬਲ ਹੈ, ਕਿਉਂਕਿ x ਦੀ ਵੈਲਿਊ ਕਿਸੇ ਦੂਸਰੇ ਵੇਰੀਏਬਲ 'ਤੇ ਡਿਪੈਂਡ ਨਹੀਂ ਕਰਦੀ। x ਦੀ ਵੈਲਿਊ ਆਪਾਂ ਪੁੱਟ ਕਰਾਂਗੇ, ਠੀਕ ਹੈ। ਬਟ y ਦੀ ਵੈਲਿਊ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਆਪਾਂ x ਦੀ ਵੈਲਿਊ ਪੁੱਟ ਨਾ ਕਰ ਦਈਏ। ਤਾਂ y ਕੀ ਹੈ ਬੇਟਾ, ਡਿਪੈਂਡੈਂਟ ਵੇਰੀਏਬਲ ਹੈ। ਤਾਂ ਡਿਪੈਂਡੈਂਟ ਵੇਰੀਏਬਲ ਬੇਟਾ ਹਮੇਸ਼ਾ ਇੱਕ ਹੁੰਦਾ ਹੈ ਤੇ ਇੰਡੀਪੈਂਡੈਂਟ ਵੇਰੀਏਬਲ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਹੈ। ਜਿੰਨੇ ਇੰਡੀਪੈਂਡੈਂਟ ਵੇਰੀਏਬਲ ਹੁੰਦੇ ਆ ਉਨੇ ਵੇਰੀਏਬਲ ਦਾ ਫੰਕਸ਼ਨ ਬੋਲਦੇ ਆ। ਤਾਂ ਇੱਥੇ ਜਿਵੇਂ y ਇਜ਼ ਅ ਫੰਕਸ਼ਨ ਆਫ x ਹੈ, ਇਹਨੂੰ ਆਪਾਂ ਕੀ ਕਹਾਂਗੇ, that is y is function of a single independent variable। ਜਿਵੇਂ ਇੱਕ ਹੋਰ ਐਗਜ਼ਾਮਪਲ ਲਵਾਂ ਮੈਂ, z is a function of x and y। ਤਾਂ ਇੱਥੇ x ਤੇ y ਕੀ ਹੈ ਬੇਟਾ, ਇੰਡੀਪੈਂਡੈਂਟ ਵੇਰੀਏਬਲ ਹੈ, ਤੇ z ਕੌਣ ਹੈ, ਡਿਪੈਂਡੈਂਟ ਵੇਰੀਏਬਲ। z ਦੀ ਵੈਲਿਊ ਉਦੋਂ ਤੱਕ ਨਹੀਂ ਆਏਗੀ ਜਦੋਂ ਤੱਕ ਆਪਾਂ x ਤੇ y ਦੀ ਵੈਲਿਊ ਪੁੱਟ ਨਾ ਕਰ ਦਈਏ। ਤਾਂ ਹੇਅਰ z ਇਜ਼ ਕੀ ਹੈ ਬੇਟਾ, ਫੰਕਸ਼ਨ ਆਫ ਟੂ ਇੰਡੀਪੈਂਡੈਂਟ ਵੇਰੀਏਬਲ ਹੈ। ਤਾਂ ਹੁਣ ਜਿਹੜਾ ਡੈਰੀਵੇਟਿਵ ਹੈ ਬੇਟਾ ਉਹ ਹੁੰਦਾ ਹੈ ਡਿਪੈਂਡੈਂਟ ਵੇਰੀਏਬਲ ਦਾ ਵਿਦ ਰਿਸਪੈਕਟ ਟੂ ਇੰਡੀਪੈਂਡੈਂਟ ਵੇਰੀਏਬਲ। ਤਾਂ ਇਹ ਦੋ ਤਰ੍ਹਾਂ ਦੇ ਡੈਰੀਵੇਟਿਵ ਹੁੰਦੇ ਆ ਬੇਟਾ। ਇੱਕ ਹੁੰਦਾ ਆਰਡੀਨਰੀ ਡੈਰੀਵੇਟਿਵ ਤੇ ਸੈਕੰਡ ਹੁੰਦਾ ਪਾਰਸ਼ੀਅਲ ਡੈਰੀਵੇਟਿਵ। ਤਾਂ ਸਭ ਤੋਂ ਪਹਿਲਾਂ ਆਰਡੀਨਰੀ ਡੈਰੀਵੇਟਿਵ ਕਿਹੜਾ ਹੁੰਦਾ ਬੇਟਾ, ਜਦੋਂ ਡਿਪੈਂਡੈਂਟ ਵੇਰੀਏਬਲ ਦਾ ਡੈਰੀਵੇਟਿਵ ਅਕਰ ਕਰਦਾ ਹੈ ਵਿਦ ਰਿਸਪੈਕਟ ਟੂ ਸਿੰਗਲ ਇੰਡੀਪੈਂਡੈਂਟ ਵੇਰੀਏਬਲ, ਤਾਂ ਉਹ ਜਿਹੜਾ ਡੈਰੀਵੇਟਿਵ ਹੋਏਗਾ ਉਸ ਨੂੰ ਆਰਡੀਨਰੀ ਡੈਰੀਵੇਟਿਵ ਬੋਲਾਂਗੇ। ਤਾਂ ਵੈਨ ਡੈਰੀਵੇਟਿਵ ਆਫ ਡਿਪੈਂਡੈਂਟ ਵੇਰੀਏਬਲ take place with respect to single independent variable, then derivative is called ordinary derivative। ਫੋਰ ਐਗਜ਼ਾਮਪਲ ਜਿਵੇਂ y ਕੀ ਹੈ, ਫੰਕਸ਼ਨ ਆਫ ਸਿੰਗਲ ਇੰਡੀਪੈਂਡੈਂਟ ਵੇਰੀਏਬਲ x ਹੈ, ਤਾਂ ਵੀ ਕੈਨ ਡਿਫਰੈਂਸ਼ੀਏਟ y ਵਿਦ ਰਿਸਪੈਕਟ ਟੂ
एक्स। तो dy बाय dx ऑर्डनरी डेरिवेटिव है, इनू की कहने आप, दिस इज कॉल्ड फर्स्ट ऑर्डर ऑर्डनरी डेरिवेटिव। d2y अपॉन dx स्क्वेयर, इनू की कहने आप, दिस इज कॉल्ड सेकेंड ऑर्डर ऑर्डनरी डेरिवेटिव। एंड सो ऑन dny अपॉन dx एन की हो गया बेटा, दिस इज nth ऑर्डर ऑर्डनरी डेरिवेटिव। इस तो बाद आ जाता बेटा पार्शियल डेरिवेटिव। वैसे तो इस चैप्टर विच ओनली ऑर्डनरी डेरिवेटिव है, बट मैं फिर भी इन्हां विच थोड़ा जिहा फर्क दस रहा तुहानूं। तो पार्शियल डेरिवेटिव किहड़ा हुंदा है बेटा, ਜਦੋਂ डिपेंडेंट वेरीएबल का डेरिवेटिव अकर करता है विद रिस्पैक्ट टू टू और मोर इंडिपेंडेंट वेरीएबल, दैन डेरिवेटिव नूं की कहने आपां, पार्शियल डेरिवेटिव। तो वैन डेरिवेटिव ऑफ डिपेंडेंट वेरीएबल टेक प्लेस with respect to two or more independent variable, then derivative is called partial derivative। फॉर एग्जाम्पल बेटा जिमें z इज़ अ फंक्शन ऑफ x एंड y है, तो हेयर z इज़ अ फंक्शन ऑफ टू इंडिपेंडेंट वेरिएबल, तो वी कैन डिफरेंशिएट z विद रिस्पेक्ट टू x एज वेल एज विद रिस्पेक्ट टू y। तो करल z अपॉन करल x, तो पार्शियल ऑर्डनरी डेरिवेटिव नूं आपां d नाल रिप्रजेंट करते हैं, तो पार्शियल डेरिवेटिव नूं करल नाल रिप्रजेंट करते हैं। तो करल z अपॉन करल y, तो z नूं आपां डिफरेंशिएट कर सकते हैं विद रिस्पैक्ट टू x एंड y। तो जो आप z नूं डिफरेंशिएट करना है विद रिस्पैक्ट टू x, आपां बाकी वेरीएबल्स नूं की मान लेना है कॉन्सटेंट, यानी कि जो आप डेरिवेटिव करने में पार्शियल डेरिवेटिव करने विद रिस्पैक्ट टू x, तो आप y नूं एज ए कॉन्सटेंट ट्रीट करते हैं। तो है तो वेरीएबल बट आप की ट्रीट कर रहे हैं कॉन्सटेंट, तो पार्शियलिटी हो रही है उहदे नाल, तो इस करके आप इहनूं पार्शियल डेरिवेटिव का नाम दिंदे बेटा। सिमिलरली जो आप z का पार्शियल डेरिवेटिव कर रहे हैं विद रिस्पैक्ट टू y, तो आप x नूं की ट्रीट करते हैं एज ए कॉन्सटेंट। तो ये दोनों की है बेटा, ये दोनों हैं फर्स्ट ऑर्डर पार्शियल डेरिवेटिव है बेटा। जिमें एक एग्जाम्पल देना, z बराबर है बेटा एक्स स्क्वेयर प्लस 5x क्यूब y माइनस 5y स्क्वेयर। तो करल z अपॉन करल x कितना आएगा, हुण आप पार्शियल डेरिवेटिव करना है विद रिस्पैक्ट टू x दे, तो y नूं की ट्रीट करना है कॉन्सटेंट, तो एक्स स्क्वेयर का डेरिवेटिव 2x, 5 ते y दोनों कॉन्सटेंट हो गए बेटा, तो एक्स क्यूब का डेरिवेटिव कितना आ जाएगा 3x स्क्वेयर, तो 5y स्क्वेयर कॉन्सटेंट इसका डेरिवेटिव की आ जाएगा 0। सिमिलरली जो पार्शियल डेरिवेटिव करोगे z का विद रिस्पैक्ट टू y, तो x नूं की मनना है कॉन्सटेंट, तो एक्स स्क्वेयर कॉन्सटेंट इसका डेरिवेटिव 0 हो गया। हुण 5x क्यूब कॉन्सटेंट है बेटा, तो y का डेरिवेटिव बन गया 1 माइनस वाई स्क्वेयर का डेरिवेटिव 2y हो गया, दैट इज की बन गया 10y बन गया। क्लियर हो गया बेटा। तो अगर z फंक्शन है x ते y का, दैन करल z अपॉन करल x एंड करल z अपॉन करल y आर आल्सो फंक्शन ऑफ x एंड y।
ਤਾਂ ਆਪਾਂ ਇਹਨਾਂ ਦਾ ਫਰਦਰ ਡਿਫਰੈਂਸ਼ੀਏਟ ਕਰ ਸਕਦੇ ਹਾਂ ਵਿਦ ਰਿਸਪੈਕਟ ਟੂ x ਐਂਡ ਵਿਦ ਰਿਸਪੈਕਟ ਟੂ y। ਤਾਂ ਜਿਵੇਂ ਕਰਲ ਟੂ z ਅਪੋਨ ਕਰਲ x ਸਕੁਏਅਰ, ਇਹਦਾ ਮਤਲਬ ਹੈ ਆਪਾਂ ਕਰਲ z ਅਪੋਨ ਕਰਲ x ਦਾ ਪਾਰਸ਼ੀਅਲ ਡੈਰੀਵੇਟਿਵ ਕਰ ਰਹੇ ਹਾਂ ਵਿਦ ਰਿਸਪੈਕਟ ਟੂ x। ਕਰਲ ਟੂ z ਅਪੋਨ ਕਰਲ y ਕਰਲ x, ਤਾਂ ਪਹਿਲਾ ਡੈਰੀਵੇਟਿਵ ਹੋਇਆ ਵਿਦ ਰਿਸਪੈਕਟ ਟੂ x ਦੇ, ਬਾਅਦ ਚ ਆਪਾਂ ਡੈਰੀਵੇਟਿਵ ਕਰ ਰਹੇ ਵਿਦ ਰਿਸਪੈਕਟ ਟੂ y ਦੇ। ਤਾਂ ਇਹਦਾ ਮਤਲਬ ਹੈ ਕਰਲ z ਅਪੋਨ ਕਰਲ x ਦਾ ਪਾਰਸ਼ੀਅਲ ਡੈਰੀਵੇਟਿਵ ਹੋ ਰਿਹਾ ਵਿਦ ਰਿਸਪੈਕਟ ਟੂ y ਦੇ। ਕਰਲ ਟੂ z ਅਪੋਨ ਕਰਲ y ਸਕੁਏਅਰ, ਤਾਂ z ਦਾ ਡੈਰੀਵੇਟਿਵ ਦੋ ਵਾਰ ਕਰ ਰਹੇ ਹਾਂ ਵਿਦ ਰਿਸਪੈਕਟ ਟੂ y ਦੇ। ਇਹਦਾ ਮਤਲਬ ਕਰਲ z ਅਪੋਨ ਕਰਲ y ਦਾ ਪਾਰਸ਼ੀਅਲ ਡੈਰੀਵੇਟਿਵ ਹੋ ਰਿਹਾ ਵਿਦ ਰਿਸਪੈਕਟ ਟੂ y। ਐਂਡ ਕਰਲ ਟੂ z ਅਪੋਨ ਕਰਲ x ਕਰਲ y, ਤਾਂ ਪਹਿਲਾ ਡੈਰੀਵੇਟਿਵ ਹੋਇਆ ਵਿਦ ਰਿਸਪੈਕਟ ਟੂ y ਦੇ, ਬਾਅਦ ਚ ਆਪਾਂ ਡੈਰੀਵੇਟਿਵ ਕੀਤਾ ਵਿਦ ਰਿਸਪੈਕਟ ਟੂ x। ਤਾਂ ਇਹਦਾ ਮਤਲਬ ਕਰਲ z ਅਪੋਨ ਕਰਲ y ਦਾ ਆਪਾਂ ਪਾਰਸ਼ੀਅਲ ਡੈਰੀਵੇਟਿਵ ਕਰ ਰਹੇ ਹਾਂ ਵਿਦ ਰਿਸਪੈਕਟ ਟੂ x। ਤਾਂ ਇਹ ਚਾਰੇ ਕੀ ਹੈ ਬੇਟਾ, these are second order partial derivative। ਤਾਂ ਕਲੀਅਰ ਹੋ ਗਿਆ ਬੇਟਾ ਆਰਡੀਨਰੀ ਡੈਰੀਵੇਟਿਵ ਐਂਡ ਪਾਰਸ਼ੀਅਲ ਡੈਰੀਵੇਟਿਵ। ਤਾਂ ਆਰਡੀਨਰੀ ਡੈਰੀਵੇਟਿਵ ਜਦੋਂ ਡੈਰੀਵੇਟਿਵ ਡਿਪੈਂਡੈਂਟ ਵੇਰੀਏਬਲ ਹਮੇਸ਼ਾ ਇੱਕ ਹੁੰਦਾ ਬੇਟਾ, ਤੇ ਇੰਡੀਪੈਂਡੈਂਟ ਵੇਰੀਏਬਲ ਇੱਕ ਤੋਂ ਜ਼ਿਆਦਾ ਹੋ ਸਕਦੇ ਆ। ਤਾਂ ਜਿਹੜਾ ਡੈਰੀਵੇਟਿਵ ਅਕਰ ਕਰਦਾ ਉਹ ਹੁੰਦਾ ਹੈ ਡਿਪੈਂਡੈਂਟ ਵੇਰੀਏਬਲ ਦਾ ਵਿਦ ਰਿਸਪੈਕਟ ਟੂ ਇੰਡੀਪੈਂਡੈਂਟ ਵੇਰੀਏਬਲ। ਤਾਂ ਜਦੋਂ ਡਿਪੈਂਡੈਂਟ ਵੇਰੀਏਬਲ ਦਾ ਡੈਰੀਵੇਟਿਵ ਹੋ ਰਿਹਾ ਹੈ ਵਿਦ ਰਿਸਪੈਕਟ ਟੂ ਸਿੰਗਲ ਇੰਡੀਪੈਂਡੈਂਟ ਵੇਰੀਏਬਲ, ਤਾਂ ਉਹਨੂੰ ਆਰਡੀਨਰੀ ਡੈਰੀਵੇਟਿਵ ਕਹਿੰਦੇ ਆ ਬੇਟਾ। ਠੀਕ ਹੈ, ਤਾਂ ਉਹਨੂੰ ਡੀ ਨਾਲ ਰਿਪਰੈਜ਼ੈਂਟ ਕਰਦੇ ਆ, dy ਬਾਈ dx ਇਹ ਫਸਟ ਆਰਡਰ ਆਰਡੀਨਰੀ ਡੈਰੀਵੇਟਿਵ ਹੋ ਗਿਆ, d2i ਅਪੋਨ dx ਸਕੁਏਅਰ ਇਹ ਸੈਕੰਡ ਆਰਡਰ ਆਰਡੀਨਰੀ ਡੈਰੀਵੇਟਿਵ ਹੋ ਗਿਆ, ਐਂਡ ਸੋ ਔਨ। ਤੇ ਪਾਰਸ਼ੀਅਲ ਡੈਰੀਵੇਟਿਵ ਜਦੋਂ ਡਿਪੈਂਡੈਂਟ ਵੇਰੀਏਬਲ ਦਾ ਡੈਰੀਵੇਟਿਵ ਅਕਰ ਕਰ ਰਿਹਾ ਵਿਦ ਰਿਸਪੈਕਟ ਟੂ ਟੂ ਔਰ ਮੋਰ ਇੰਡੀਪੈਂਡੈਂਟ ਵੇਰੀਏਬਲ, ਤਾਂ ਉਦੋਂ ਉਸ ਡੈਰੀਵੇਟਿਵ ਨੂੰ ਆਪਾਂ ਪਾਰਸ਼ੀਅਲ ਡੈਰੀਵੇਟਿਵ ਕਹਿੰਦੇ ਹਾਂ। ਠੀਕ ਹੈ, ਬਟ ਇਸ ਚੈਪਟਰ 'ਚ ਆਪਾਂ ਸਿਰਫ ਆਰਡੀਨਰੀ ਡੈਰੀਵੇਟਿਵ 'ਤੇ ਕੰਮ ਕਰਨਾ, ਆਪਾਂ ਹਾਇਰ ਆਰਡਰ ਡੈਰੀਵੇਟਿਵ 'ਤੇ ਕੰਮ ਕਰਨੇ ਆ। ਤਾਂ ਫਸਟ ਐਕਸਰਸਾਈਜ਼ ਬੜੀ ਸਿੰਪਲ ਜੀ ਹੈ, ਆਪਾਂ ਨੇ ਸਿਰਫ ਹਾਇਰ ਆਰਡਰ ਡੈਰੀਵੇਟਿਵ फाइंड आउट करने हैं। जिमें एग्जाम्पल नंबर फर्स्ट है बेटा, एग्जाम्पल फर्स्ट विच की कह रहे हैं, फाइंड द फोर्थ डेरिवेटिव ऑफ log ऑफ अंडर रूट 3x प्लस 4। तो लेट y ਆਪਾਂ ਲੈ ਲੈਣੇ बेटा log ऑफ अंडर रूट 3x प्लस 4, ਤੈਨੂੰ ਆਪਾਂ ਲਿਖ ਸਕਦੇ ਹਾਂ 1/2 log ऑफ 3x प्लस 4। ਤਾਂ ਆਪਾਂ ਨੇ फोर्थ ऑर्डर डेरिवेटिव करना है, तो पहला ਆਪਾਂ फर्स्ट ऑर्डर डेरिवेटिव, फिर सैकेंड, फिर थर्ड एंड फिर फोर्थ। ठीक है, तो डिफरेंशिएट कर देना इनू विद रिस्पैक्ट टू x दे। तो dy बाई dx फर्स्ट ऑर्डर डेरिवेटिव कितना आ जाएगा 1/2, लॉग का डेरिवेटिव की होएगा बेटा 1 अपॉन 3x प्लस 4 इंटू 3x प्लस 4 का डेरिवेटिव 3 आ गया। तो ये आ गया बेटा 3/2 इंटू 3x प्लस 4 की पावर -1। अगेन डिफरेंशिएट करो विद रिस्पैक्ट टू x दे। सिमिलरली d2i अपॉन dx स्क्वेयर सैकेंड ऑर्डर डेरिवेटिव, तो यदा डेरिवेटिव फिर करो 3/2 कॉन्स्टेंट है, यदा डेरिवेटिव पावर रूल -1 मूरे 3x प्लस 4 की पावर -2 इंटू 3x प्लस 4 का डेरिवेटिव कितना आ गया 3 आ गया है। ठीक है जी, d3y अपॉन dx क्यूब कितना आ जाएगा बेटा, आ तो कॉन्स्टेंट बन गए -3 का स्क्वेयर अपॉन 2। हुण इसका डेरिवेटिव कितना आ जाएगा -2 अगे बेटा 3